ज्ञान ध्यान किछ कर्म ना जाना, सार ना जाना तेरी। सब ते वड्डा सतगुरु नानक, जिन कल राखी मेरी। सब ते वड्डा सतगुरु नानक, जिन कल राखी मेरी। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੀ ਅੱਜ ਸੰਪੂਰਨਤਾ ਹੋ ਰਹੀ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਆਖਰੀ ਜਿਹੜਾ ਸ਼ਲੋਕ ਹੈ ਉਹਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾਂ ਨੂੰ ਗੁਰੂ ਚਰਨਾਂ ਦੇ ਵਿੱਚ ਇਕਾਗਰਤ ਕਰੋ। ਬਹੁਤ ਹੀ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਮਨੁੱਖ ਨੂੰ ਸਚਿਆਰ ਹੋਣ ਦਾ ਏਮ ਦਿੱਤਾ ਤੇ ਨਾਲ ਸਾਧਨ ਦੱਸਿਆ ਹੁਕਮ ਰਜ਼ਾਈ ਚੱਲਣਾ। ਉਹਦੇ ਨਿਯਮਾਂ ਵਿੱਚ ਆ ਕੇ 38 ਪੌੜੀਆਂ ਦੇ ਵਿੱਚ ਇਸੇ ਰੱਬੀ ਨਿਯਮਾਂ ਦੀ ਵਿਚਾਰ ਵਿਆਖਿਆ, ਸਚਿਆਰ ਬਣਨ ਦਾ ਤਰੀਕਾ, ਇਹਨੂੰ ਹੀ ਸਤਿਗੁਰੂ ਪਾਤਸ਼ਾਹ ਨੇ ਸਿਰਲੇਖ ਦਿੱਤਾ ਜਪ ਦਾ। ਜਪਜੀ ਸਾਹਿਬ ਦੀ ਬਾਣੀ ਵਿੱਚ ਪਹਿਲਾਂ ਮੰਗਲਾ ਚਰਨ ਹੈ, ਜਿਹਦੇ ਵਿੱਚ ਸਿੱਖ ਨੇ ਇਹ ਦੇਖਣਾ ਕਿ ਮੈਂ ਕਿਹੜੇ ਰੱਬ ਨਾਲ ਜੁੜਨਾ ਹੈ, ਉਸ ਰੱਬ ਦਾ ਸਰੂਪ ਕੈਸਾ ਹੈ, ਉਹਦੇ ਗੁਣ ਕੈਸੇ ਨੇ। ਇੱਕ ਓਂਕਾਰ ਤੋਂ ਲੈ ਕੇ ਸਹਿਬੰਗ ਤੱਕ ਰੱਬ ਦੇ 8 ਪ੍ਰਮੁੱਖ ਗੁਣ ਹਨ। ਫਿਰ ਗੁਰ ਪ੍ਰਸਾਦ, ਗੁਰੂ ਦੇ ਗਿਆਨ ਦੇ ਸਦਕਾ, ਗੁਰੂ ਦੀ ਕਿਰਪਾ ਦੇ ਸਦਕਾ ਉਹ 8 ਗੁਣ ਸਾਡੀ ਜ਼ਿੰਦਗੀ 'ਚ ਪ੍ਰਗਟ ਹੁੰਦੇ ਨੇ, ਰੱਬ ਪ੍ਰਗਟ ਹੁੰਦਾ ਹੈ। ਜਪ ਬਾਣੀ ਦਾ ਨਾਮ ਹੈ। ਜਿਸ ਜਪ ਦੀ ਵਿਆਖਿਆ ਸਾਰੀ ਬਾਣੀ ਅਸੀਂ ਵਿਚਾਰ ਚੁੱਕੇ ਹਾਂ। ਗੁਰੂ ਸਾਹਿਬ ਨੇ ਕੀ ਹੁਕਮ ਕੀਤਾ ਵੀ ਕਿਵੇਂ ਜਪਣਾ ਹੈ, ਕਿਹਦਾ ਜਾਪ ਕਰਨਾ ਹੈ, ਔਰ ਜਪਣ ਨਾਲ ਤਬਦੀਲੀ ਕੀ ਹੈ। ਭਾਵ ਰੱਬੀ ਨਿਯਮਾਂ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ, ਇਹੀ ਸਭ ਤੋਂ ਵੱਡਾ ਜਪ ਹੈ। ਸਚਿਆਰ ਬਣ ਜਾਣਾ, ਇਹੀ ਜੀਵਨ ਦੀ ਤਬਦੀਲੀ ਹੈ। ਉਸ ਤੋਂ ਬਾਅਦ ਸ਼ਲੋਕ ਆਉਂਦਾ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਸ਼ਲੋਕ ਹੈ ਜਪ ਬਾਣੀ ਦੇ ਮੁੱਢ ਦੇ ਵਿੱਚ। ਸੋਚੈ ਸੋਚ ਨਾ ਹੋਵੇ ਤੋਂ ਪਹਿਲੀ ਪੌੜੀ, ਫਿਰ ਦੂਸਰੀ ਤੀਸਰੀ, ਜਤ ਪਹਾਰਾ ਧੀਰਜ ਸੁਨਿਆਰ, ਕੁੱਲ 38 ਪੌੜੀਆਂ। ਅਖੀਰ ਤੇ ਫਿਰ ਇੱਕ ਸ਼ਲੋਕ ਆਉਂਦਾ ਹੈ ਜਿਹੜਾ ਸਾਰੀ ਹੀ ਬਾਣੀ ਦਾ ਤੱਤ ਸਾਰ ਹੈ, ਨਿਚੋੜ ਹੈ। ਅੱਜ ਗੁਰੂ ਨਾਨਕ ਪਾਤਸ਼ਾਹ ਸਾਡੇ ਜੀਵਾਂ ਤੇ ਮਹਿਰਾਮਤ ਕਰ ਰਹੇ ਹਨ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਪਵਨ ਗੁਰੂ, ਹਵਾ ਗੁਰੂ। ਆਤਮਿਕ ਜੀਵਨ ਵਿੱਚ ਸਾਡਾ ਗੁਰੂ ਹੈ ਸ਼ਬਦ। ਸ਼ਬਦ ਨਾਲ ਜੁੜਿਆ ਸਾਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਧਰਤੀ ਤੇ ਜਿੰਨੇ ਵੀ ਸਰੀਰ ਨੇ, ਉਹਨਾਂ ਸਾਰਿਆਂ ਸਰੀਰਾਂ ਨੂੰ ਜੀਵਨ ਦਿੰਦੀ ਹੈ ਹਵਾ। ਇਸ ਕਰਕੇ ਹਵਾ ਨੂੰ ਗੁਰੂ ਵਾਲਾ ਮਾਣ ਦਿੱਤਾ ਗਿਆ। ਇਹ ਜੀਵਨ ਦੇ ਰਹੀ ਹੈ। ਹਵਾ ਨੂੰ ਗੁਰੂ ਵਾਲਾ ਮਾਣ ਤੇ ਅਸੀਂ ਦਿੰਦੇ ਹਾਂ, ਕਹਿ ਤੇ ਦਿੰਦੇ ਹਾਂ ਪਵਨ ਗੁਰੂ ਹੈ, ਪਰ ਉਹ ਮਾਣ ਪ੍ਰੈਕਟੀਕਲ ਰੂਪ ਵਿੱਚ ਕਿੰਨਾ ਕੁ ਦਿੱਤਾ। ਹਵਾ ਨੂੰ ਤੇ ਅਸੀਂ ਪੋਲਿਊਟ ਕਰ ਰਹੇ ਹਾਂ। ਫੈਕਟਰੀਆਂ ਦਾ ਜਿਹੜਾ ਕਾਲਾ ਧੂੰਆਂ ਸੀ ਹਵਾ ਵਿੱਚ ਛੱਡ ਕੇ ਉਹਨੂੰ ਪੋਲਿਊਟ ਕਰ ਰਹੇ ਹਾਂ। ਅਸੀਂ ਗੁਰੂ ਨੂੰ ਬੇਅਦਬ ਕਰ ਰਹੇ ਹਾਂ। ਤੇ ਕੇਵਲ ਹਵਾ ਨੂੰ ਪੋਲਿਊਟ ਨਹੀਂ ਕਰ ਰਹੇ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਹਿਰ ਦੇ ਕੇ ਜਾ ਰਹੇ ਹਾਂ ਹਵਾ ਦੇ ਰੂਪ ਵਿੱਚ। ਕਿਉਂਕਿ ਹਵਾ ਤੇ ਜੀਵਨ ਦਿੰਦੀ ਹੈ, ਤੇ ਜਦੋਂ ਉਹਦੇ ਵਿੱਚ ਜ਼ਹਿਰ ਭਰ ਦਿੱਤਾ ਸੀ ਤੇ ਉਸੇ ਤੋਂ ਹੀ ਮੌਤ ਹੋਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਕੁਦਰਤ ਦੇ ਵਿੱਚ ਹਵਾ ਇੱਕ ਐਸਾ ਗੁਣ ਹੈ ਜਿਹਨੂੰ ਗੁਰੂ ਦਾ ਮਾਣ ਦਿੱਤਾ ਹੈ। ਜਿਵੇਂ ਅਸੀਂ ਸ਼ਬਦ ਗੁਰੂ ਨੂੰ ਮਾਣ ਦੇ ਕੇ ਗੁਰੂ ਦੇ ਹੁਕਮ 'ਚ ਜ਼ਿੰਦਗੀ ਬਤੀਤ ਕਰਕੇ ਆਤਮਿਕ ਜ਼ਿੰਦਗੀ ਲੈਂਦੇ ਹਾਂ, ਇਸੇ ਤਰ੍ਹਾਂ ਪਵਨ ਗੁਰੂ ਸਾਡੇ ਸਰੀਰਾਂ ਨੂੰ ਜੀਵਨ ਦਿੰਦੀ ਹੈ। ਇੱਥੇ ਇੱਕ ਸਿੱਖਿਆ ਹੋਰ ਮਿਲਦੀ ਹੈ। ਜਿਵੇਂ ਇੱਕ ਗੁਰੂ ਦੇ ਚੇਲੇ ਆਪਸ ਵਿੱਚ ਪਿਆਰ ਨਾਲ ਮਿਲ ਕੇ ਰਹਿੰਦੇ ਨੇ, ਪੜ੍ਹਾਈ ਕਰਨ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ 'ਚ ਵੀ ਚਲੇ ਜਾਣ ਤਾਂ ਵੀ ਉਹਨਾਂ ਦਾ ਪਿਆਰ ਬਣਿਆ ਰਹਿੰਦਾ ਹੈ। ਇੱਕ ਟੀਚਰ ਦੇ ਪੜ੍ਹਾਏ ਹੋਏ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਇੱਕ ਦੂਜੇ ਨਾਲ ਪ੍ਰੇਮ ਪਿਆਰ ਮਿਲਵਰਤਨ ਨਾਲ ਰਹਿੰਦੇ ਨੇ। ਜੇ ਸਾਡੇ ਸਾਰਿਆਂ ਦਾ ਗੁਰੂ ਇੱਕ ਹੈ ਪਵਨ, ਫਿਰ ਮਨੁੱਖ ਜਾਤੀ ਜਿਹੜੀ ਹੈ ਉਹ ਮਿਲਵਰਤਨ ਨਾਲ ਰਹਿ ਸਕਦੀ ਹੈ। ਫਿਰ ਸਾਨੂੰ ਸਾਰਿਆਂ ਨੂੰ ਉਸ ਗੁਰੂ ਦੇ ਚੇਲਿਆਂ ਵਾਂਗ ਰਹਿਣਾ ਚਾਹੀਦਾ ਹੈ ਜਿਹੜੇ ਇੱਕ ਗੁਰੂ ਦੇ ਪੜ੍ਹਾਏ ਹੋਏ ਨੇ।
ਜੇ ਸਾਡੇ ਸਾਰਿਆਂ ਦਾ ਗੁਰੂ ਪਵਨ ਹੈ, ਸਰੀਰਾਂ ਦਾ ਗੁਰੂ ਪਵਨ ਹੈ, ਫਿਰ ਇਸ ਧਰਤੀ ਤੇ ਜਿੰਨੇ ਜੀਵ ਨੇ ਉਹਨਾਂ ਨੂੰ ਆਪਸ ਦੇ ਵਿੱਚ ਚੇਲਿਆਂ ਦੀ ਤਰ੍ਹਾਂ ਪਿਆਰ ਮਿਲਵਰਤਨ ਨਾਲ ਰਹਿਣਾ ਪਏਗਾ। ਸਾਨੂੰ ਸਿੱਖਿਆ ਲੈਣੀ ਪਏਗੀ। ਪਾਣੀ ਪਿਤਾ ਜੀਵਨ ਦਿੰਦਾ ਹੈ। ਇਸੇ ਤਰ੍ਹਾਂ ਸਰੀਰਾਂ ਦਾ ਪਿਤਾ ਪਾਣੀ ਹੈ, ਉਹ ਜੀਵਨ ਦੇ ਰਿਹਾ ਹੈ। ਪਾਣੀ ਪਿਤਾ ਹੈ ਜਗਤ ਕਾ, ਸਾਚੇ ਤੇ ਪਵਨਾ ਪਿਆ ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ। ਪਾਣੀ ਤੋਂ ਜਗਤ ਦੀ ਉਤਪਤੀ ਹੈ ਤੇ ਜਿੰਨਾ ਮਾਣ ਪਿਤਾ ਦਾ ਹੋਣਾ ਚਾਹੀਦਾ ਹੈ ਉਹਨਾਂ ਪਾਣੀ ਦਾ ਹੋਣਾ ਚਾਹੀਦਾ ਹੈ। ਕਿੰਨਿਆਂ ਕੁ ਨੇ ਪਾਣੀ ਨੂੰ ਪਿਤਾ ਵਾਲਾ ਮਾਣ ਦਿੱਤਾ। ਅਸੀਂ ਪਾਣੀ ਦੇ ਵਿੱਚ ਫੈਕਟਰੀਆਂ ਦਾ ਕੈਮੀਕਲ ਪਾ ਦਿੱਤਾ, ਕਿੰਨਾ ਮਲੀਨ ਕੀਤਾ ਸੀ ਪਾਣੀ ਨੂੰ। ਫਿਰ ਉਹ ਜ਼ਹਿਰ ਬਣ ਕੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਜ਼ਹਿਰ ਹੀ ਦੇਗਾ, ਕਿਉਂਕਿ ਅਸੀਂ ਪਾਣੀ ਨੂੰ ਸਵੱਛ ਨਹੀਂ ਰਹਿਣ ਦਿੱਤਾ। ਤੇ ਦੂਸਰਾ, ਜੇ ਪਾਣੀ ਪਿਤਾ ਹੈ, ਇੱਕ ਪਿਤਾ ਦੇ ਜਿਹੜੇ ਬੱਚੇ ਨੇ ਉਹ ਆਪਸ ਵਿੱਚ ਭੈਣ ਭਰਾ ਹੁੰਦੇ ਨੇ। ਕਦੀ ਉਹਨਾਂ 'ਚ ਤਕਰਾਰ ਹੋ ਜਾਏ, ਲੜਾਈ ਝੜਾਈ ਹੋ ਜਾਏ, ਉਹ ਅਲੱਗ ਹੋ ਜਾਣ ਤੇ ਤਾਂ ਵੀ ਉਹਨਾਂ ਦਾ ਰਿਸ਼ਤਾ ਨਹੀਂ ਟੁੱਟਦਾ। ਉਹ ਫਿਰ ਵੀ ਭੈਣ ਭਰਾ ਹੀ ਰਹਿੰਦੇ ਨੇ, ਭਾਵੇਂ ਇੱਕ ਦੂਜੇ ਨਾਲ ਬੋਲਣ ਵੀ ਨਾ, ਰਿਸ਼ਤਾ ਉਹੀ ਰਹਿੰਦਾ ਹੈ। ਜੇ ਅਸੀਂ ਪਾਣੀ ਤੋਂ ਸਬਕ ਲੈ ਲਈਏ ਕਿ ਪਾਣੀ ਪਿਤਾ ਹੈ, ਸਾਰਿਆਂ ਜੀਵਾਂ ਦਾ ਪਿਤਾ ਪਾਣੀ ਹੈ, ਫਿਰ ਇਹਦਾ ਮਤਲਬ ਅਸੀਂ ਸਾਰੇ ਭੈਣ ਭਰਾ ਹੋਏ। ਫਿਰ ਅਸੀਂ ਟੁੱਟ ਕੇ ਕਿਉਂ ਰਹੀਏ? ਭੈਣ ਭਰਾਵਾਂ ਦੀ ਤਰ੍ਹਾਂ ਕਿਉਂ ਨਾ ਰਹੀਏ? ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਪਾਰਸੀ, ਬੋਧੀ ਜਾਂ ਕਾਲਾ ਗੋਰਾ, ਬੱਚਾ, ਬਜ਼ੁਰਗ, ਆਦਮੀ, ਔਰਤ, ਆਸਤਿਕ, ਨਾਸਤਿਕ, ਚੋਰ, ਸਾਧ, ਫਿਰ ਸਾਰੇ ਭੈਣਾਂ ਭਰਾਵਾਂ ਦੀ ਤਰ੍ਹਾਂ ਕਿਉਂ ਨਾ ਅਸੀਂ ਰਹੀਏ? ਕਿਉਂਕਿ ਸਾਡੇ ਸਾਰਿਆਂ ਦਾ ਪਿਤਾ ਤੇ ਸਾਂਝਾ ਹੈ, ਸਾਰਿਆਂ ਸਰੀਰਾਂ ਦਾ ਸਾਂਝਾ ਪਿਤਾ ਹੈ ਪਾਣੀ। ਫਿਰ ਸਾਨੂੰ ਪਾਣੀ ਦੇ ਉਹਨਾਂ ਬੱਚਿਆਂ ਵਾਂਗੂ ਰਹਿਣਾ ਪਏਗਾ ਜਿਹੜਾ ਪਿਤਾ ਹੈ। ਫਿਰ ਬੱਚਾ ਉਹ ਸਫਲ ਜਿਹੜਾ ਪਿਤਾ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਤਾਰ ਲੈਂਦਾ ਹੈ। ਪਾਣੀ ਉਹ ਪਿਤਾ ਹੈ ਜਿਹਦੇ ਅੰਦਰ 3 ਬੜੇ ਸ਼ੁਭ ਗੁਣ ਨੇ। ਨਿਮਰਤਾ ਹੈ, ਪਾਣੀ ਨਿਵਾਣ ਵੱਲ ਨੂੰ ਜਾਂਦਾ ਹੈ। ਨਿਰਮਲਤਾ ਹੈ, ਮੈਲ ਨੂੰ ਧੋ ਕੇ ਸਾਫ਼ ਕਰਦਾ ਹੈ। ਸ਼ੀਤਲਤਾ ਹੈ, ਅੱਗ ਨੂੰ ਬੁਝਾਉਣ ਦਾ ਕੰਮ ਕਰਦਾ ਹੈ। ਜਿਸ ਦਿਨ ਆ ਪਾਣੀ ਪਿਤਾ ਵਾਲਾ ਸਾਡੇ ਅੰਦਰ ਗੁਣ ਆ ਜਾਣਗੇ, ਅਸੀਂ ਵੀ ਨਿਮਰ ਹੋ ਜਾਵਾਂਗੇ। ਅਸੀਂ ਵੀ ਆਪਣੇ ਪਾਪਾਂ ਦੀ ਮੈਲ ਨੂੰ ਦੂਰ ਕਰ ਸਕਾਂਗੇ। ਅਸੀਂ ਦੂਜੇ ਦੀ ਵੀ ਔਗਣਾਂ ਨੂੰ ਧੋ ਕੇ ਸਾਫ਼ ਕਰ ਸਕਾਂਗੇ। ਜਿਸ ਦਿਨ ਪਾਣੀ ਦਾ ਸ਼ੀਤਲਤਾ ਵਾਲਾ ਗੁਣ ਆਏਗਾ, ਸਾਡੇ ਕਲੇਸ਼ ਝਗੜੇ ਖਤਮ ਹੋ ਜਾਣਗੇ। ਅਸੀਂ ਵੀ ਦੁਨੀਆ 'ਚ ਸ਼ਾਂਤੀ ਤੇ ਠੰਡ ਵਰਤਾ ਦੇਵਾਂਗੇ। ਇਹ ਗੁਣ ਸਾਡੇ 'ਚ ਹੋਣਾ ਚਾਹੀਦਾ ਹੈ। ਪਾਣੀ ਚੱਲੇ ਨਿਵਾਣ ਨੂੰ, ਨਿਰਮਲ, ਸ਼ੀਤਲ, ਸ਼ੁੱਧ ਪ੍ਰਾਣੀ, ਇਹ 3 ਗੁਣ ਨੇ ਇਹਦੇ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਬੜੀ ਮਹੱਤਤਾ ਵਾਲੀ ਮਾਂ ਹੈ ਧਰਤੀ। ਮਾਂ ਦਾ ਕੀ ਸੁਭਾਅ ਹੈ? ਮਾਂ ਬੱਚੇ ਨੂੰ ਪੇਟ 'ਚ ਰੱਖਦੀ ਹੈ, ਜਨਮ ਦਿੰਦੀ ਹੈ, ਗੋਦ 'ਚ ਰੱਖਦੀ ਹੈ, ਦੁੱਧ ਪਿਲਾਉਂਦੀ ਹੈ, ਉਹਦੀ ਪਾਲਣਾ ਕਰਦੀ ਹੈ, ਸੰਭਾਲ ਕਰਦੀ ਹੈ। ਇਸੇ ਤਰ੍ਹਾਂ ਇਸ ਧਰਤੀ ਤੋਂ ਸਾਰੇ ਸਰੀਰਾਂ ਨੇ ਜਨਮ ਲਿਆ। ਇਸ ਮਿੱਟੀ ਤੋਂ ਹੀ ਸਾਰੇ ਖਾਕੀ ਪੈਦਾ ਹੋਏ। ਫਿਰ ਇਸ ਧਰਤੀ ਨੇ ਹੀ ਸਾਨੂੰ ਆਪਣੀ ਗੋਦ 'ਚ ਰੱਖਿਆ। ਅਸੀਂ ਇਸ ਧਰਤੀ ਤੇ ਪੈਰ ਟਿਕਾ ਕੇ ਚੱਲ ਰਹੇ ਹਾਂ। ਫਿਰ ਇਸ ਧਰਤੀ ਨੇ ਹੀ ਮਾਂ ਬਣ ਕੇ ਸਾਨੂੰ ਭੋਜਨ ਦਿੱਤਾ। ਧਰਤੀ ਵਿੱਚੋਂ ਫਲ, ਫਰੂਟ, ਸਬਜ਼ੀਆਂ ਕੱਢ ਅਸੀਂ ਖਾ ਰਹੇ ਹਾਂ। ਧਰਤੀ ਸਾਨੂੰ ਪਾਲ ਰਹੀ ਹੈ। ਜੇ ਧਰਤੀ ਸਾਡੀ ਮਾਂ ਹੈ, ਜੇ ਸਾਰੇ ਜਿੰਨੇ ਵੀ ਸਰੀਰ ਨੇ ਇਸ ਧਰਤੀ ਤੇ, ਉਹਨਾਂ ਸਾਰਿਆਂ ਦੀ ਮਾਂ ਧਰਤੀ ਹੈ, ਫਿਰ ਸਾਰੇ ਇੱਕ ਪਰਿਵਾਰ ਦੇ ਮੈਂਬਰ ਹੋਏ ਨਾ, ਸਾਰੇ ਹੀ ਭੈਣ ਭਰਾ ਹੋਏ। ਇਸ ਕਰਕੇ ਸਾਨੂੰ ਸਾਰਿਆਂ ਨੂੰ ਪੂਰੀ ਕਾਇਨਾਤ ਦੇ ਵਿਚਲੇ ਜਿੰਨੇ ਵੀ ਜੀਵ, ਸਾਰਿਆਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਰਹਿਣਾ ਪਏਗਾ। ਜਿੰਨੇ ਇਨਸਾਨ, ਉਹਨਾਂ ਨੂੰ ਭੈਣਾਂ ਭਰਾਵਾਂ ਦੀ ਤਰ੍ਹਾਂ ਰਹਿਣਾ ਪਏਗਾ, ਕਿਉਂਕਿ ਸਾਡੇ ਸਾਰਿਆਂ ਦੀ ਸਾਂਝੀ ਮਾਂ ਹੈ ਧਰਤੀ, ਜਿਹਨੇ ਸਾਨੂੰ ਸਾਰਿਆਂ ਨੂੰ ਗੋਦ ਵਿੱਚ ਰੱਖਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਇਹ ਤੁਕ ਪੂਰੇ ਸੰਸਾਰ ਨੂੰ ਕਲਾਵੇ 'ਚ ਲੈ ਲੈਂਦੀ ਹੈ। ਸਾਰੇ ਮਤਾਂ, ਮਜ਼ਹਬਾਂ, ਰੰਗ, ਨਸਲ, ਭੇਦ ਦੇ ਵਿਤਕਰੇ ਖਤਮ ਕਰਕੇ ਇੱਕ ਪਰਿਵਾਰ ਬਣਾ ਦਿੰਦੀ ਹੈ। ਸਾਡੇ ਸਾਰਿਆਂ ਦਾ ਸਾਂਝਾ ਗੁਰੂ ਹਵਾ ਹੈ। ਸਾਡੇ ਸਾਰਿਆਂ ਦਾ ਸਾਂਝਾ ਪਿਤਾ ਪਾਣੀ ਹੈ। ਸਾਡੇ ਸਾਰਿਆਂ ਦੀ ਸਾਂਝੀ ਮਾਂ ਧਰਤੀ ਹੈ। ਅਸੀਂ ਤੇ ਇੱਕ ਪਰਿਵਾਰ ਦੇ ਮੈਂਬਰ ਹਾਂ। ਪੂਰੀ ਧਰਤੀ ਦੇ ਜੀਵ ਅਸੀਂ ਇੱਕ ਪਰਿਵਾਰ ਹਾਂ। ਸਾਡਾ ਸਾਂਝਾ ਇੱਕ ਪਰਿਵਾਰ ਹੈ। ਇੱਕ ਪਿਤਾ, ਇੱਕ ਸਕੇ ਹਮ ਬਾਰਿਕ। ਇੱਕ ਤੁਕ ਜਿਹੜੀ ਹੈ ਪੂਰੀ ਦੁਨੀਆ ਨੂੰ ਕਲਾਵੇ 'ਚ ਲੈ ਲੈਂਦੀ ਹੈ। ਸਾਰਾ ਸੰਸਾਰ ਇੱਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਰਹਿ ਸਕਦਾ ਹੈ। ਸਾਡੇ 'ਚ ਗੁਣ ਹੋਣੇ ਚਾਹੀਦੇ ਨੇ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਔਰ ਇੱਕੋ ਤੁਕ ਵਿੱਚ 3 ਕੁਦਰਤ ਦੇ ਤੱਤਾਂ ਦਾ ਜ਼ਿਕਰ ਹੈ। ਜੇ ਮਨੁੱਖ ਨੇ ਹਵਾ ਨੂੰ ਸੰਭਾਲਿਆ ਹੁੰਦਾ, ਪਾਣੀ ਨੂੰ ਸਵੱਛ ਰੱਖਿਆ ਹੁੰਦਾ, ਹਵਾ ਨੂੰ ਪੋਲਿਊਟ ਨਾ ਕੀਤਾ ਹੁੰਦਾ, ਧਰਤੀ ਤੇ ਕੈਮੀਕਲ ਨਾ ਸੁੱਟੇ ਹੁੰਦੇ, ਖੇਤਾਂ 'ਚ ਕੀਟਨਾਸ਼ਕ, ਕੈਂਸਰ ਵਾਲੀਆਂ ਦਵਾਈਆਂ ਨਾ ਛਿੜਕੀਆਂ ਹੁੰਦੀਆਂ, ਤੇ ਆ ਮਹਾਂਮਾਰੀਆਂ, ਕਰੋਪੀਆਂ ਸਾਡੀ ਜ਼ਿੰਦਗੀ 'ਚ ਕਦੀ ਨਾ ਆਉਂਦੀਆਂ। ਇਹ ਅਸੀਂ ਹੀ
ਗੁਰੂ ਪਿਤਾ ਮਾਂ ਨੂੰ ਜਦੋਂ ਅਸੀਂ ਮਲੀਨ ਕੀਤਾ, ਬਦਲੇ 'ਚ ਸਾਨੂੰ ਸਾਰਾ ਕੁਝ ਮਿਲਣਾ ਸ਼ੁਰੂ ਹੋ ਗਿਆ। ਪਰ ਜਿਸ ਦਿਨ ਅਸੀਂ ਹਵਾ ਨੂੰ ਗੁਰੂ ਦੀ ਤਰ੍ਹਾਂ ਸਤਿਕਾਰ ਦੇਵਾਂਗੇ, ਪਾਣੀ ਨੂੰ ਪਿਤਾ ਵਰਗਾ ਸਤਿਕਾਰ ਦੇਵਾਂਗੇ, ਧਰਤੀ ਨੂੰ ਮਾਂ ਵਰਗਾ ਸਤਿਕਾਰ ਦੇ ਕੇ ਸਵੱਛ ਰੱਖਾਂਗੇ, ਸਾਡੀ ਕੁਦਰਤ, ਸਾਡਾ ਪੌਣ ਪਾਣੀ, ਸਾਡਾ ਐਟਮੋਸਫੀਅਰ, ਸਾਡਾ ਇਹ ਮਾਹੌਲ ਇਹ ਸੁੰਦਰ ਬਣ ਜਾਏਗਾ। ਸਾਡਾ ਸਾਰਾ ਸੰਸਾਰ ਇੱਕ ਪਰਿਵਾਰ ਦੀ ਤਰ੍ਹਾਂ ਹੋ ਜਾਏਗਾ, ਕਿਉਂਕਿ ਸਾਡੇ ਪਰਿਵਾਰ ਦੇ ਸਾਰਿਆਂ ਦਾ ਪਿਤਾ ਮਾਂ ਗੁਰੂ ਇੱਕ ਹੀ ਹੈ ਨਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ। ਮਾਂ ਤੇ ਭਾਵੇਂ ਬੱਚੇ ਨੂੰ ਆਪਣੀ ਗੋਦ 'ਚੋਂ ਲਾ ਦੇ, ਧਰਤੀ ਉਹ ਮਾਂ ਹੈ ਜਿਹੜੀ ਕਦੀ ਕਿਸੇ ਨੂੰ ਆਪਣੀ ਗੋਦ 'ਚੋਂ ਨਹੀਂ ਲਾਂਦੀ, ਆਪਣੀ 'ਚ ਹੀ ਰੱਖਦੀ ਹੈ। ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ। ਫਿਰ ਪ੍ਰਭੂ ਨੇ ਸਰੀਰਾਂ ਦੇ ਸੰਭਾਲ ਦੇ ਲਈ ਦਿਨ ਤੇ ਰਾਤ ਬਣਾਏ। ਦਿਨ ਜਿਹੜਾ ਹੈ ਉਹ ਦਾਇਆ ਬਣ ਕੇ ਸਰੀਰਾਂ ਨੂੰ ਖੁਡਾਈ ਜਾਂਦਾ ਹੈ, ਸਰੀਰ ਭਜੇ ਫਿਰਦੇ ਨੇ, ਕੰਮ ਕਰ ਰਹੇ ਨੇ, ਸਭ ਕੁਝ ਜ਼ਿੰਦਗੀ ਨੂੰ ਮਾਣ ਰਹੇ ਨੇ। ਰਾਤ ਦਾਈ ਬਣ ਕੇ ਸਾਨੂੰ ਸੁਆ ਦਿੰਦੀ ਹੈ, ਆਰਾਮ ਦਿੰਦੀ ਹੈ, ਸਾਡੀ ਥਕਾਵਟ ਦੂਰ ਹੋ ਜਾਂਦੀ ਹੈ, ਅਸੀਂ ਫਿਰ ਨਵੇਂ ਤਰੋ ਤਾਜ਼ਾ ਹੋ ਕੇ, ਪੂਰੇ ਐਨਰਜੈਟਿਕ ਹੋ ਕੇ, ਪੂਰੇ ਊਰਜਾਤਮਕ ਹੋ ਕੇ ਅਸੀਂ ਅਗਲੀ ਸਵੇਰ ਨੂੰ ਉੱਠਦੇ ਫਿਰ ਕੰਮ ਕਰਦੇ ਹਾਂ। ਰਾਤ ਦਾਈ ਬਣ ਕੇ ਸੁਆਂਦੀ ਹੈ, ਦਿਨ ਤੇ ਰਾਤ ਚੱਲ ਰਹੇ ਨੇ, ਦਿਵਸ ਰਾਤ ਦੋਈ ਦਾਈ ਦਾਇਆ। ਔਰ ਦੋਨੋਂ ਚੀਜ਼ਾਂ ਸਰੀਰ ਲਈ ਜ਼ਰੂਰੀ ਹੈ। ਜੇ ਦਿਨੇ ਕੰਮ ਕਰਨਾ ਹੈ, ਆਰਾਮ ਦੀ ਵੀ ਬਹੁਤ ਜ਼ਰੂਰੀ ਹੈ। ਇਹ ਗੱਲ ਵੱਖਰੀ, ਅੱਜ ਲਾਈਟ ਨੇ ਸਾਡੇ ਰਾਤਾਂ ਦੇ ਹਨੇਰੇ ਦੂਰ ਕਰ ਦਿੱਤੇ, ਅਸੀਂ ਰਾਤਾਂ ਨੂੰ ਵੀ ਕੰਮ ਕਰ ਲੈਂਦੇ ਹਾਂ, ਪਰ ਜਦੋਂ ਰਾਤਾਂ ਨੂੰ ਕੰਮ ਕਰਦੇ ਹਾਂ ਤਾਂ ਵੀ ਸਰੀਰ ਨੂੰ ਆਰਾਮ ਦੀ ਲੋੜ ਪੈਂਦੀ ਹੈ, ਭਾਵੇਂ ਦਿਨੇ ਕਿਉਂ ਨਾ ਸੋਣਾ ਪਵੇ। 24 ਘੰਟੇ ਦੇ ਸਰਕਲ ਦੇ ਵਿੱਚ 7-8 ਘੰਟੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਬਹੁਤ ਜ਼ਰੂਰੀ ਨੇ। ਇਹ ਸਰੀਰ ਦਾ ਹਿੱਸਾ ਹੈ ਨੀਂਦ, ਧਰਮ ਦਾ ਨਹੀਂ। ਸਰੀਰ ਦੀ ਲੋੜ ਹੈ, ਜਿਵੇਂ ਭੋਜਨ ਸਰੀਰ ਦੀ ਲੋੜ ਹੈ, ਜਿਵੇਂ ਕੱਪੜੇ ਸਰੀਰ ਦੀ ਲੋੜ ਨੇ, ਉੱਦਾਂ ਨੀਂਦ ਸਰੀਰ ਦੀ ਲੋੜ ਹੈ। ਇਹਨੂੰ ਤੁਸੀਂ ਆਪਣੇ 24 ਘੰਟੇ ਦੇ ਸਰਕਲ ਵਿੱਚ ਕਿਤੇ ਵੀ ਫਿੱਟ ਕਰਕੇ ਸਰੀਰ ਨੂੰ ਆਰਾਮ ਦੇ ਸਕਦੇ ਹੋ। ਇਹ ਤੁਹਾਡੇ ਹੱਥ ਵਿੱਚ ਹੈ। ਤੁਸੀਂ ਚਾਹੋ ਜਲਦੀ ਸੌ ਕੇ ਜਲਦੀ ਉੱਠ ਜਾਓ, ਤੁਹਾਡੇ ਹੱਥ ਵਿੱਚ ਹੈ। ਪਰ ਇਹਨੂੰ ਆਰਾਮ ਦੀ ਲੋੜ ਹੈ ਤਾਂ ਕਿ ਸੌਣ ਦੇ ਨਾਲ ਪੁਰਾਣੇ ਸੈੱਲ ਰਿਪੇਅਰ ਹੋ ਜਾਣ, ਨਵੇਂ ਸੈੱਲ ਬਣ ਜਾਣ, ਜੀਵਨ ਦੀ ਊਰਜਾ ਇਹ ਪ੍ਰਗਟ ਹੁੰਦੀ ਰਹੇ, ਹੋਰ ਜ਼ਿਆਦਾ ਵਿਸਤ੍ਰਿਤ ਹੁੰਦੀ ਰਹੇ। ਦਿਨ ਤੇ ਰਾਤ ਮਾਨੋ ਜੀਵਾਂ ਨੂੰ ਖਿਡਾ ਰਹੇ ਨੇ, ਸਵਾ ਰਹੇ ਨੇ। ਖੇਲੈ ਸਗਲ ਜਗਤ, ਸਾਰਾ ਜਗਤ ਖੇਡ ਰਿਹਾ ਹੈ। ਜਗਤ ਬੜੀ ਵੱਡੀ ਸੁੰਦਰ ਖੇਡ ਹੈ, ਔਰ ਇਸ ਜੀਵਨ ਨੂੰ ਖੇਡ ਕੇ ਹੀ ਜਿਉਣਾ ਚਾਹੀਦਾ ਹੈ। ਜਿਹੜਾ ਮਨੁੱਖ ਜੀਵਨ ਨੂੰ ਖੇਡ ਨਹੀਂ ਸਮਝਦਾ, ਉਹ ਨਿਰਾਸ਼ ਹੋ ਜਾਂਦਾ ਹੈ, ਥੱਕ ਜਾਂਦਾ ਹੈ, ਅੱਕ ਜਾਂਦਾ ਹੈ, ਬੋਰ ਹੋ ਜਾਂਦਾ ਹੈ। ਜਿਹੜਾ ਜ਼ਿੰਦਗੀ ਨੂੰ ਖੇਡ ਦੀ ਤਰ੍ਹਾਂ ਸਮਝ ਕੇ ਖੇਡਦਾ ਹੈ, ਉਹ ਇੰਜੋਏ ਕਰਦਾ ਹੈ, ਉਹ ਮਾਣਦਾ ਹੈ। ਕਦੀ ਦੇਖੋ ਬੱਚੇ ਨੂੰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਡਦਾ ਹੈ, ਨਾ ਥੱਕਦਾ ਹੈ ਨਾ ਅੱਕਦਾ ਹੈ, ਭੱਜਿਆ ਫਿਰਦਾ, ਦੌੜ ਲਗਾ ਰਿਹਾ, ਖੇਡ ਰਿਹਾ ਬੱਚਿਆਂ ਨਾਲ ਸਾਰਾ ਦਿਨ, ਖੇਡਦਿਆਂ ਥੱਕਦਾ ਨਹੀਂ। ਸ਼ਾਮ ਨੂੰ ਮਾਂ ਆਵਾਜ਼ਾਂ ਮਾਰਦੀ ਰਹਿੰਦੀ, ਹੁਣ ਤੇ ਵਾਪਸ ਆ ਜਾ, ਆਉਣ ਨੂੰ ਤਿਆਰ ਨਹੀਂ। ਪਰ ਉਹੀ ਬੱਚਾ ਜੇ ਮਾਂ ਕਹਿ ਦੇਵੇ ਉਹ ਪਾਣੀ ਦਾ ਗਲਾਸ ਭਰ ਕੇ ਲੈ ਕੇ ਆ, ਬੜਾ ਔਖਾ ਪਾਣੀ ਦਾ ਗਲਾਸ ਭਰਦਾ ਹੈ, ਬੜਾ ਔਖਾ ਹੌਲੀ ਹੌਲੀ ਇੱਦਾਂ ਬੁੱਝ ਲੋ ਕੇ ਤੁਰਿਆ ਆਏਗਾ, ਜਿਵੇਂ ਪਤਾ ਨਹੀਂ ਕਿੱਡਾ ਭਾਰਾ ਔਖਾ ਕੰਮ ਕਰ ਦਿੱਤਾ। ਕੰਮ ਹੈ ਨਾ, ਇਸ ਕਰਕੇ ਪਾਣੀ ਦਾ ਗਲਾਸ ਫੜਾਉਣਾ ਵੀ ਔਖਾ ਹੈ, ਕਿਉਂਕਿ ਕੰਮ ਹੈ। ਜੇ ਖੇਡ ਹੈ ਤੇ ਸਾਰਾ ਦਿਨ ਉਛਲ ਕੂਦ ਕਰਕੇ ਵੀ ਥਕਾਵਟ ਨਹੀਂ। ਜਿਹਨੇ ਜ਼ਿੰਦਗੀ ਨੂੰ ਕੰਮ ਸਮਝਿਆ ਵੀ ਮੈਂ ਕਰਨਾ ਹੈ, ਉਹਦੀ ਜ਼ਿੰਦਗੀ 'ਚ ਥਕਾਵਟ ਹੋਏਗੀ, ਨਿਰਾਸ਼ਾ ਹੋਏਗੀ, ਸਾਰਾ ਕੁਝ ਹੋਏਗਾ। ਜਿਹਨੇ ਜ਼ਿੰਦਗੀ ਨੂੰ ਖੇਡ ਮੰਨ ਲਿਆ, ਉਹ ਜ਼ਿੰਦਗੀ ਨੂੰ ਮਾਣੇਗਾ, ਇੰਜੋਏ ਕਰੇਗਾ। ਜ਼ਿੰਦਗੀ ਖੇਡ ਹੈ ਤੇ ਕੇਵਲ ਖੇਡ ਨਹੀਂ, ਇਸ ਖੇਡ ਵਿੱਚ ਜਿੱਤ ਕੇ ਜਾਣਾ ਹੈ। ਹਰ ਮਨੁੱਖ ਦੇ ਅੰਦਰ ਸੰਭਾਵਨਾ ਹੈ ਉਹ ਜੇਤੂ ਹੋ ਸਕਦਾ ਹੈ, ਔਰ ਹਰ ਮਨੁੱਖ ਦਾ ਫਰਜ਼ ਹੈ ਔਰ ਹੱਕ ਵੀ ਹੈ ਉਹ ਜਿੱਤੇ। ਜ਼ਿੰਦਗੀ ਦੀ ਖੇਡ ਜਿੱਤਣੀ ਹੈ, ਹਾਰਨੀ ਥੋੜ੍ਹੀ ਹੈ। ਬਹੁਤ ਖੂਬਸੂਰਤ ਖੇਡ ਹੈ, ਇੰਨੀ ਖੂਬਸੂਰਤ ਖੇਡ ਕਿ ਇੱਕ ਪਾਸੇ ਮਾਇਆ ਦੇ ਖਿਡਾਰੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਰ ਨਤੀਜਾ ਕੀ ਹੁੰਦਾ ਹੈ? ਕਦੀ ਕ੍ਰੋਧ ਸਾਡੇ ਤੇ ਗੋਲ ਕਰ ਜਾਂਦਾ ਹੈ, ਕਦੀ ਲੋਭ ਕਰ ਜਾਂਦਾ, ਅਸੀਂ ਹਾਰਦੇ ਚਲੇ ਜਾਂਦੇ ਹਾਂ। ਕਦੀ ਕਦੀ ਕ੍ਰੋਧ ਤੇ ਵੀ ਗੋਲ ਕਰ ਦਿਆ ਕਰੋ, ਮਿੱਠੀ ਜ਼ੁਬਾਨ ਦੇ ਨਾਲ ਕ੍ਰੋਧ ਤੇ ਗੋਲ ਕਰੋ, ਅਗਲੇ ਦਾ ਕ੍ਰੋਧ ਸ਼ਾਂਤ ਹੋ ਜਾਂਦਾ ਹੈ। ਹੰਕਾਰ ਸਾਡੇ ਤੇ ਗੋਲ ਕਰਨ ਲੱਗਿਆ, ਤੁਸੀਂ ਨਿਮਰਤਾ ਦਾ ਖਿਡਾਰੀ ਅੱਗੇ ਕਰ ਦਿਓ। ਲਾਲਚ ਸਾਡੇ ਤੇ ਗੋਲ ਕਰਨ ਲੱਗਿਆ, ਤੁਸੀਂ ਸਬਰ ਸੰਤੋਖ ਦਾ ਖਿਡਾਰੀ ਅੱਗੇ ਕਰ ਲਓ। ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਇਹ ਬੜੀ ਪਿਆਰੀ ਖੇਡ ਹੈ ਜ਼ਿੰਦਗੀ, ਇਹਨੂੰ ਮਾਣੋ, ਇਹਨੂੰ ਖੇਡੋ, ਇੰਜੋਏ ਕਰੋ, ਜੇਤੂ ਹੋ ਕੇ ਜਾਓ। ਸਾਰਾ ਜਗਤ ਖੇਡ ਰਿਹਾ ਹੈ, ਜਿੱਤਣਾ ਹੈ। ਜਿੱਤਣ ਦੇ ਦੋ ਤਰੀਕੇ ਨੇ, ਇੱਕ ਜੰਗ 'ਚ ਜਿੱਤਿਆ ਜਾਂਦਾ ਹੈ, ਇੱਕ ਖੇਡ ਵਿੱਚ। ਪਰ ਜਿਹੜੇ ਜੰਗ 'ਚ ਜਿੱਤਦੇ ਨੇ ਜਾਂ ਹਾਰਦੇ ਨੇ, ਜੰਗ 'ਚ ਨੁਕਸਾਨ ਬੜਾ ਹੈ।
ਲੋਕ ਮਰਦੇ ਨੇ, ਧਨ ਬਰਬਾਦ ਹੁੰਦਾ ਹੈ। ਖੇਡ ਦੇ ਵਿੱਚ ਨੁਕਸਾਨ ਨਹੀਂ ਹੁੰਦਾ। ਖੇਡਣ ਤੋਂ ਬਾਅਦ ਦੋਨੋਂ ਧਿਰਾਂ ਭਾਵੇਂ ਕੋਈ ਜਿੱਤ ਗਈ ਹਾਰ ਗਈ, ਇੱਕ ਦੂਜੇ ਨੂੰ ਗਲੇ ਮਿਲ ਕੇ ਜਾਂਦੇ ਨੇ, ਜੱਫੀ ਪਾ ਕੇ ਜਾਂਦੇ ਨੇ। ਇਹ 'ਚ ਨੁਕਸਾਨ ਨਹੀਂ, ਹੋਰ ਪਿਆਰ ਵੱਧ ਜਾਂਦਾ ਹੈ। ਜੰਗ ਵਾਲੀ ਜਿੱਤ ਨਾ ਲਓ। ਜੰਗ ਦੀ ਜਿੱਤ ਬੜੀ ਖਤਰਨਾਕ ਹੈ, ਨੁਕਸਾਨ ਹੁੰਦਾ ਹੈ। ਖੇਡ ਵਾਲੀ ਜਿੱਤ ਜਿਹੜੀ ਹੈ ਆਨੰਦ ਦਿੰਦੀ ਹੈ। ਖੇਡ ਦੀ ਜਿੱਤ, ਸੰਸਾਰ ਦੇ ਜੀਵ ਜੰਗ ਕਰਕੇ ਇੱਕ ਦੂਜੇ ਨੂੰ ਜਿੱਤਣ ਦੀ ਬਜਾਏ ਪ੍ਰੇਮ ਨਾਲ ਜਿੱਤ ਲੈਣ, ਖੇਡ ਨਾਲ ਜਿੱਤ ਲੈਣ। ਔਰ ਹਰ ਖਿਡਾਰੀ ਜੇਤੂ ਹੋ ਨਿਬੜ ਸਕਦਾ ਹੈ। ਔਰ ਖੇਡ ਦਾ ਇੱਕ ਨਿਯਮ ਹੋਰ ਵੀ ਹੈ। ਮੰਨ ਲਓ 5-7 ਟੀਮਾਂ ਇਕੱਠੀਆਂ ਹੋ ਕੇ ਖੇਡ ਰਹੀਆਂ ਨੇ, ਕੁਝ ਟੀਮਾਂ ਜਿੱਤ ਗਈਆਂ, ਕੁਝ ਹਾਰ ਗਈਆਂ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ ਹਾਰੀ ਹੋਈ ਟੀਮ ਦੇ ਵਿੱਚੋਂ ਵੀ ਕੋਈ ਇੱਕ ਜੇਤੂ ਖਿਡਾਰੀ ਕੱਢਿਆ ਜਾਂਦਾ ਹੈ ਕਿ ਇਹਨੂੰ ਅਸੀਂ ਮੈਨ ਆਫ ਦੀ ਮੈਚ ਅਵਾਰਡ ਦਿੰਦੇ ਹਾਂ। ਹੋ ਸਕਦਾ ਕਿਸੇ ਘਰ ਪਰਿਵਾਰ ਵਿੱਚ ਕੋਈ ਮਨੁੱਖ ਹਾਰਦਾ ਚਲਾ ਜਾਂਦਾ ਹੋਵੇ, ਪਰ ਕੋਈ ਐਸਾ ਮੈਂਬਰ ਹੋਵੇ ਜਿਹੜਾ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਏ, ਉਹਨੂੰ ਮੈਚ ਆਫ ਦੀ ਅਵਾਰਡ ਮਿਲ ਜਾਏ। ਕਿਉਂਕਿ ਹਰ ਜੀਵ ਜਿਹੜਾ ਕੋਈ ਨਾ ਕੋਈ ਰੋਲ ਕਰ ਰਿਹਾ ਹੈ ਖੇਡ ਦੇ ਵਿੱਚ। ਕੋਈ ਬੈਟਮੈਨ ਹੈ, ਕੋਈ ਬੌਲਰ ਹੈ, ਕੋਈ ਬਾਲ ਕਰ ਰਿਹਾ, ਕੋਈ ਬਾਲ ਕੈਚ ਕਰ ਰਿਹਾ, ਹਰ ਕੋਈ ਨਾ ਕੁਝ ਕਰ ਰਿਹਾ ਮਨੁੱਖ। ਜ਼ਿੰਦਗੀ ਦੀ ਖੇਡ ਵਿੱਚ ਵੀ ਸਾਨੂੰ ਰੋਲ ਮਿਲੇ ਨੇ। ਕਿਸੇ ਨੂੰ ਪੁੱਤਰ ਦਾ ਰੋਲ ਮਿਲਿਆ, ਕਿਸੇ ਨੂੰ ਪਿਤਾ ਦਾ ਰੋਲ ਮਿਲਿਆ, ਕਿਸੇ ਨੂੰ ਦਾਦੇ ਦਾ ਰੋਲ ਮਿਲਿਆ, ਕਿਸੇ ਨੂੰ ਪਤੀ ਦਾ, ਕਿਸੇ ਨੂੰ ਭਰਾ ਦਾ। ਕਿਸੇ ਔਰਤ ਨੂੰ ਧੀ ਦਾ ਰੋਲ ਮਿਲਿਆ, ਕਿਸੇ ਨੂੰ ਦਰਾਣੀ ਜਠਾਣੀ ਦਾ ਮਿਲਿਆ, ਕਿਸੇ ਨੂੰ ਪਤਨੀ ਦਾ ਮਿਲਿਆ, ਕਿਸੇ ਨੂੰ ਮਾਂ ਦਾਦੀ ਨਾਨੀ ਦਾ ਰੋਲ ਮਿਲਿਆ। ਅਸੀਂ ਰੋਲ ਕਿਵੇਂ ਅਦਾ ਕਰ ਰਹੇ ਹਾਂ, ਕਿਵੇਂ ਪਲੇ ਕਰ ਰਹੇ ਹਾਂ, ਇਹ ਸਾਡੇ ਤੇ ਡਿਪੈਂਡ ਹੈ। ਹੋ ਸਕਦਾ ਕਿਸੇ ਪਰਿਵਾਰ ਦੇ ਵਿੱਚ 4-5 ਜੀ ਹੋਣ, 5 ਜੀਆਂ ਵਿੱਚੋਂ 4 ਆਪਣਾ ਰੋਲ ਸਹੀ ਤਰ੍ਹਾਂ ਨਾ ਅਦਾ ਕਰ ਸਕਣ, ਪਰ ਉਸ ਪਰਿਵਾਰ ਵਿੱਚੋਂ ਇੱਕ ਆਦਮੀ ਆਪਣਾ ਪੂਰਾ ਰੋਲ ਅਦਾ ਕਰਕੇ ਜਾਏ। ਟੀਮ ਤੇ ਭਾਵੇਂ ਹਾਰ ਗਈ, ਪਰ ਉਹਦੇ ਵਿੱਚ ਇੱਕ ਮੈਨ ਆਫ ਦੀ ਮੈਚ ਅਵਾਰਡ ਨਾਲ ਜਿੱਤਿਆ ਗਿਆ ਕਿ ਮੈਂ ਆਪਣਾ ਰੋਲ ਬਖੂਬੀ ਨਿਭਾ ਗਿਆ। ਬੁਰੇ ਲੋਕਾਂ ਵਿੱਚ ਵੀ ਜੇਤੂ ਹੋਇਆ ਜਾ ਸਕਦਾ ਹੈ, ਹਾਰਨ ਵਾਲਿਆਂ ਵਿੱਚੋਂ ਵੀ ਜੇਤੂ ਹੋਇਆ ਜਾ ਸਕਦਾ ਹੈ, ਹਾਰੀਆਂ ਟੀਮਾਂ ਵਿੱਚੋਂ ਵੀ ਜੇਤੂ ਖਿਡਾਰੀ ਨਿਕਲ ਆਉਂਦੇ ਨੇ। ਬਸ ਸ਼ਿੱਦਤ ਨਾਲ ਖੇਡਣਾ ਪੈਣਾ ਇਸ ਜ਼ਿੰਦਗੀ ਦੀ ਖੇਡ ਨੂੰ, ਗੁਣਾਂ ਨੂੰ ਧਾਰਨ ਕਰਕੇ। ਜਿੱਤਦਾ ਪਤਾ ਕੌਣ ਹੈ? ਜਿਹੜਾ ਖੇਡ ਦੇ ਨਿਯਮਾਂ ਨੂੰ ਫੋਲੋ ਕਰਦਾ ਹੈ, ਉਹ ਜਿੱਤਦਾ ਹੈ। ਰੱਬੀ ਗੁਣਾਂ ਦੇ ਨਿਯਮਾਂ ਨੂੰ ਜਿਹੜਾ ਫੋਲੋ ਕਰਦਾ ਹੈ, ਉਹ ਜ਼ਿੰਦਗੀ ਦੀ ਖੇਡ ਜਿੱਤ ਕੇ ਜਾਂਦਾ ਹੈ। ਖੇਡ ਜਿੱਤਣ ਦਾ ਇੱਕੋ ਇੱਕ ਸਾਧਨ ਹੈ, ਰੱਬੀ ਗੁਣਾਂ ਨੂੰ ਫੋਲੋ ਕਰਨਾ ਪਏਗਾ, ਉਹਦੇ ਨਿਯਮਾਂ 'ਚ ਖੇਡਣਾ ਪਏਗਾ। ਜਿਹੜਾ ਖਿਡਾਰੀ ਨਿਯਮਾਂ 'ਚ ਖੇਡਦਾ ਹੈ ਉਹ ਜਿੱਤ ਕੇ ਜਾਂਦਾ ਹੈ, ਜਿਹੜਾ ਨਿਯਮਾਂ ਨੂੰ ਤੋੜਦਾ ਹੈ ਉਹ ਹਾਰ ਜਾਂਦਾ ਹੈ। ਜਿਹੜਾ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਗੁਣਾਂ ਨੂੰ, ਇਹਨਾਂ ਨਿਯਮਾਂ ਨੂੰ ਫੋਲੋ ਕਰਦਾ ਹੈ, ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦਾ ਹੈ। ਸਾਰਾ ਜਗਤ ਖੇਡ ਰਿਹਾ ਹੈ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਚੰਗਿਆਈਆਂ ਮੈਨੇ ਚੰਗੇ ਕੰਮ, ਬੁਰਾਈਆਂ ਮੈਨੇ ਬੁਰੇ ਕੰਮ, ਵਾਚੇ ਮੈਨੇ ਇਹ ਵਿਚਾਰੇ ਜਾ ਰਹੇ ਨੇ। ਜਿਹੜਾ ਬੱਚਾ ਵਧੀਆ ਪੜ੍ਹ ਰਿਹਾ ਹੈ, ਅਨੁਸ਼ਾਸਨ ਦੇ ਵਿੱਚ ਹੈ, ਆਪਣੇ ਟੀਚਰਾਂ ਦੀ ਇੱਜ਼ਤ ਸਤਿਕਾਰ ਕਰ ਰਿਹਾ ਹੈ, ਉਹਦੀ ਰਾਈਟਿੰਗ ਵਧੀਆ ਹੈ, ਹਰ ਸਬਜੈਕਟ ਨੂੰ ਬੜੇ ਧਿਆਨ ਨਾਲ ਪੜ੍ਹਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਉਹ ਪਾਸ ਹੋ ਜਾਂਦਾ ਹੈ ਤੇ ਉਹਦੀ ਚੰਗਿਆਈ ਵਾਚੀ ਜਾਂਦੀ ਹੈ। ਪਤਾ ਲੱਗ ਜਾਂਦਾ ਪਾਸ ਹੋ ਗਿਆ, ਮੈਨੂੰ ਚੰਗਿਆਈ। ਹੁਣ ਜਿਹੜਾ ਬੱਚਾ ਪੜ੍ਹਦਾ ਨਹੀਂ ਹੈ, ਟੀਚਰਾਂ ਦਾ ਸਤਿਕਾਰ ਨਹੀਂ ਕਰਦਾ, ਰਾਈਟਿੰਗ ਗੰਦੀ ਹੈ, ਕਿਸੇ ਸਬਜੈਕਟ ਵੱਲ ਉਹਨੇ ਧਿਆਨ ਨਹੀਂ ਦਿੱਤਾ, ਉਹ ਫੇਲ ਹੋ ਗਿਆ। ਜਦੋਂ ਫੇਲ ਹੋ ਗਿਆ, ਉਹਦਾ ਕਰਮ ਵਾਚਿਆ ਗਿਆ ਕਿ ਬੁਰਾ ਹੈ, ਇਹ ਫੇਲ ਹੋ ਗਿਆ। ਫੇਲ ਨੇ ਉਹਦੀ ਬੁਰਾਈ ਨੂੰ ਸਾਹਮਣੇ ਕਰ ਦਿੱਤਾ। ਚੰਗੇ ਤੇ ਮੰਦੇ ਉਹ ਵਾਚੇ ਜਾਂਦੇ ਨੇ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਵਾਚਦਾ ਕੌਣ ਹੈ? ਧਰਮ ਵਾਚਦਾ ਹੈ। ਧਰਮ ਕੁਦਰਤ ਦਾ ਇੱਕ ਬੱਝਵਾਂ ਨਿਯਮ ਹੈ, ਇੱਕ ਸਿਸਟਮ ਹੈ ਜਿਹੜਾ ਨਾਲੋਂ ਨਾਲ ਵਾਚ ਰਿਹਾ ਹੈ। ਤੁਸੀਂ ਮੈਨੂੰ ਪ੍ਰੇਮ ਕਰ ਰਹੇ ਹੋ, ਮੈਂ ਤੁਹਾਨੂੰ ਈਰਖਾ ਕਰ ਰਿਹਾ, ਤੁਹਾਨੂੰ ਪਤਾ ਵੀ ਨਹੀਂ ਮੈਂ ਅੰਦਰੋਂ ਅੰਦਰ ਤੁਹਾਡੇ ਨਾਲ ਨਫ਼ਰਤ ਕਰ ਰਿਹਾ, ਪਰ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ। ਧਰਮ ਇਹ ਤੁਹਾਨੂੰ ਵੀ ਵਾਚ ਰਿਹਾ, ਮੈਨੂੰ ਵੀ ਵਾਚ ਰਿਹਾ। ਤੁਸੀਂ ਮੈਨੂੰ ਪ੍ਰੇਮ ਕਰ ਰਹੇ ਹੋ, ਮੈਂ ਤੁਹਾਨੂੰ ਅੰਦਰੋਂ ਈਰਖਾ ਕਰ ਰਿਹਾ, ਤੁਹਾਨੂੰ ਪਤਾ ਵੀ ਨਹੀਂ, ਪਰ ਜੇ ਤੁਸੀਂ ਪ੍ਰੇਮ ਕਰ ਰਹੇ ਹੋ, ਖੁਸ਼ੀ ਤੁਹਾਨੂੰ ਮਿਲ ਰਹੀ ਹੈ। ਧਰਮ ਨਾਲੋਂ ਨਾਲ ਵਾਚ ਰਿਹਾ, ਤੁਹਾਨੂੰ ਤੁਹਾਡੇ ਕਰਮ ਦਾ ਫਲ ਦੇ ਰਿਹਾ। ਤੁਸੀਂ ਅੰਦਰੋਂ ਅੰਦਰ ਖੇਡ ਰਹੇ ਹੋ ਤੇ ਮੈਂ ਅੰਦਰੋਂ ਅੰਦਰ ਹੀ ਸੜ ਰਿਹਾ ਵਾਂ, ਕਿਉਂਕਿ ਮੈਂ ਈਰਖਾ ਕਰ ਰਿਹਾ, ਤੁਹਾਨੂੰ ਪਤਾ ਵੀ ਨਹੀਂ, ਪਰ ਮੈਨੂੰ ਮੇਰੇ ਕਰਮ ਦਾ ਫਲ ਮਿਲ ਰਿਹਾ। ਮੇਰਾ ਧਰਮ ਵਾਚ ਰਿਹਾ, ਮੇਰਾ ਆਪਣਾ ਆਪਾ ਵਾਚ ਰਿਹਾ, ਉਹ ਦੇਖ ਰਿਹਾ ਮੈਂ ਅੰਦਰੋਂ ਕੀ ਹਾਂ। ਚੰਗੇ ਤੇ ਮੰਦੇ ਕਰਮ ਜਿਹੜੇ ਨੇ ਉਹ ਕੁਦਰਤ ਦੇ ਬੱਝਵੇਂ ਨਿਯਮ 'ਚ ਵਾਚੇ ਜਾਂਦੇ ਨੇ, ਔਰ ਇਹੀ ਕਰਮ ਜਿਹੜੇ ਨੇ ਕਿਸੇ ਨੂੰ ਨੇੜੇ ਕਰ ਸਕਦੇ ਨੇ, ਕਿਸੇ ਨੂੰ ਦੂਰ ਕਰ ਸਕਦੇ ਨੇ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਚੰਗੇ ਮੰਦੇ ਕਰਮ ਕੁਦਰਤ ਦੇ ਨਿਯਮਾਂ ਦੇ ਵਿੱਚ ਵਿਚਾਰੇ ਜਾਂਦੇ ਹਨ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਹਰ ਇੱਕ ਦੇ ਆਪੋ ਆਪਣੇ। ਕਰਮਾਂ ਪੱਖੋਂ ਮਨੁੱਖ ਸੁਤੰਤਰ ਹੈ,
ਉਹਨਾਂ ਕਰਮਾਂ ਨੂੰ ਕਰਕੇ, ਚੰਗਿਆਈਆਂ ਵਾਲੀਆਂ ਕਰਮ ਕਰਕੇ ਕੋਈ ਨੇੜੇ ਹੋ ਜਾਂਦਾ ਹੈ ਸੱਚਿਆਰ ਹੋਣ ਦੇ ਰੱਬ ਦੇ। ਬੁਰੇ ਕਰਮ ਕਰਕੇ ਕੋਈ ਸੱਚਿਆਰਤਾ ਤੋਂ ਦੂਰ ਹੋ ਜਾਂਦਾ ਹੈ, ਰੱਬ ਤੋਂ ਦੂਰ ਹੋ ਜਾਂਦਾ ਹੈ। ਜੇ ਕੋਈ ਚੰਗੇ ਕਰਮ ਕਰੇਗਾ, ਕੋਈ ਆਪਣੇ ਪਰਿਵਾਰ ਵਿੱਚ ਮਿੱਠਾ ਬੋਲੇਗਾ, ਨਿਮਰਤਾ ਨਾਲ ਰਹੇਗਾ, ਮਿਲਵਰਤਨ ਦੀ ਭਾਵਨਾ ਨਾਲ ਰਹੇਗਾ, ਸਹਿਯੋਗ ਇੱਕ ਦੂਜੇ ਦਾ ਕਰੇਗਾ, ਮਦਦ ਕਰੇਗਾ, ਉਹ ਚੰਗਾ ਵੀ ਹੋਏਗਾ ਔਰ ਨੇੜੇ ਵੀ ਹੋ ਜਾਏਗਾ ਪਰਿਵਾਰ ਦੇ, ਘੁਲ ਮਿਲ ਜਾਏਗਾ। ਤੇ ਜਿੱਥੇ ਬੁਰਾਈ ਹੋਏਗੀ, ਜਿੱਥੇ ਕ੍ਰੋਧ ਹੋਏਗਾ, ਨਫ਼ਰਤ ਹੋਏਗੀ, ਈਰਖਾ ਹੋਏਗੀ, ਲੜਾਈਆਂ ਝਗੜੇ ਹੋਣਗੇ, ਕਲੇਸ਼ ਹੋਣਗੇ, ਉੱਥੇ ਤਲਾਕਾਂ ਹੋ ਜਾਣਗੀਆਂ, ਉੱਥੇ ਪਤੀ ਪਤਨੀ ਇੱਕ ਦੂਜੇ ਤੋਂ ਦੂਰ ਹੋ ਜਾਣਗੇ, ਬੱਚੇ ਜਿਹੜੇ ਨੇ ਉਹ ਵੱਖਰੇ ਹੋ ਜਾਣਗੇ। ਤੁਸੀਂ ਵੱਡੇ ਪੱਧਰ ਤੇ ਦੇਖ ਲਓ, ਯੂਰਪ ਦੇ ਦੇਸ਼ਾਂ 'ਚ ਦੇਖ ਲਓ, ਉਹਨਾਂ 'ਚ ਆਪਸੀ ਮਿਲਵਰਤਨ ਪੈਦਾ ਹੋਇਆ, ਪ੍ਰੇਮ ਪਿਆਰ ਵਧਿਆ। ਉਹਨਾਂ ਦੇਸ਼ਾਂ 'ਚ, ਯੂਰਪੀਅਨ ਦੇਸ਼ਾਂ ਦੇ ਵਿੱਚ ਇੱਕ ਦੂਜੇ ਦੇਸ਼ ਵਿੱਚ ਜਾਣ ਵਾਸਤੇ ਵੀਜ਼ੇ ਦੀ ਵੀ ਲੋੜ ਨਹੀਂ ਪੈਂਦੀ, ਆਰਾਮ ਨਾਲ ਖੁੱਲ੍ਹੇਆਮ ਜਾ ਸਕਦੇ ਨੇ, ਕੋਈ ਰੋਕ ਟੋਕ ਨਹੀਂ ਹੈ। ਉਹਨਾਂ ਦੀ ਕਰੰਸੀ ਵੀ ਇੱਕ ਹੈ, ਮਿਲਵਰਤਨ ਹੈ ਨਾ, ਚੰਗਿਆਈਆਂ ਨੇ ਨੇੜੇ ਕਰ ਦਿੱਤਾ ਉਹਨਾਂ ਨੂੰ ਇੱਕ ਦੂਜੇ ਦੇ। ਤੇ ਸਾਡੇ ਵਿੱਚ ਭਾਰਤ ਹੈ, ਪਾਕਿਸਤਾਨ ਹੈ, ਚਾਈਨਾ ਹੈ, ਗੁਆਂਢੀ ਨੇ, ਪਰ ਅਸੀਂ ਇੱਕ ਦੂਜੇ ਦੇਸ਼ 'ਚ ਬੇਰੋਕ ਟੋਕ ਜਾ ਨਹੀਂ ਸਕਦੇ, ਵੀਜ਼ਾ ਲੈਣਾ ਪੈਂਦਾ। ਅਸੀਂ ਲੜੇ ਹੋਏ ਹਾਂ, ਅਸੀਂ ਦੂਰ ਹੋਏ ਹਾਂ ਇੱਕ ਦੂਜੇ ਤੋਂ, ਬਾਰਡਰ ਕਰਕੇ ਨੇੜੇ ਉੱਦਾਂ ਦੂਰ ਹੋ ਗਏ ਅਸੀਂ। ਚੰਗੇ ਗੁਣ ਸਾਨੂੰ ਨੇੜਤਾ ਦੇ ਦਿੰਦੇ ਨੇ, ਬੁਰੇ ਗੁਣ ਸਾਡੀ ਦੂਰੀ ਪੈਦਾ ਕਰ ਦਿੰਦੇ ਨੇ। ਇਸੇ ਤਰ੍ਹਾਂ ਚੰਗੇ ਗੁਣ ਸਾਨੂੰ ਸੱਚਿਆਰਤਾ ਦੇ ਨੇੜੇ ਪਹੁੰਚਾ ਦਿੰਦੇ ਨੇ। ਸੱਚਿਆਰ ਹੈ ਰੱਬ, ਤੂੰ ਕਰਤਾ ਸੱਚਿਆਰ, ਅਸੀਂ ਰੱਬ ਵਰਗੇ ਹੋ ਜਾਂਦੇ ਹਾਂ। ਬੁਰੇ ਕਰਮ ਸਾਨੂੰ ਸੱਚਿਆਰ ਰੱਬ ਤੋਂ ਦੂਰ ਲੈ ਜਾਂਦੇ ਨੇ। ਕਰਮ ਨੇ, ਜਿਹੋ ਜਿਹੇ ਕਰਮ ਕਰਦਾ ਹਾਂ ਉਹਦੇ ਮੁਤਾਬਕ ਜਾਂ ਮੈਂ ਨੇੜੇ ਹੋ ਸਕਦਾ ਜਾਂ ਦੂਰ ਹੋ ਸਕਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਜਿਨ੍ਹਾਂ ਨਾਮ ਧਿਆਇਆ ਉਹ ਮਸ਼ੱਕਤ ਕਾਲ ਕੇ ਗਏ। ਮਸ਼ੱਕਤ ਮੈਨੇ ਉਦਮ, ਮਿਹਨਤ ਦੀ ਘਾਲਣਾ ਕਰਕੇ ਗਏ, ਸਫਲ ਕਰਕੇ ਗਏ ਘਾਲਣਾ। ਹੁਣ ਸਾਰਿਆਂ ਦੀ ਘਾਲਣਾ ਸਫਲ ਨਹੀਂ ਹੁੰਦੀ। ਕਿਸਾਨ ਨੇ ਬੀਜ ਬੀਜਿਆ, ਪਾਣੀ ਦਿੱਤਾ, ਖਾਦ ਪਾਈ, ਗੋਡੀ ਕੀਤੀ, ਫਸਲ ਨਹੀਂ ਹੋਈ। ਘਾਲਣਾ ਤੇ ਘਾਲੀ, ਫਸਲ ਨਹੀਂ ਹੋਈ। ਕਿਉਂ? ਕਿਉਂਕਿ ਜਿਨੀ ਨਾਮ ਧਿਆਇਆ, ਉਹਨਾਂ ਨਾਮ ਨਹੀਂ ਸੀ ਧਿਆਇਆ। ਨਾਮ ਧਿਆਨ ਦਾ ਮਤਲਬ, ਨਾਮ ਦਾ ਮਤਲਬ ਹੁਕਮ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਗੁਰੂ ਨੇ ਸਮਝਾ ਦਿੱਤੀ ਇਹ ਗੱਲ। ਨਾਮ ਹੈ ਉਹਦੇ ਹੁਕਮ 'ਚ ਆ ਜਾਣਾ, ਉਹਦੇ ਨਿਯਮਾਂ 'ਚ ਆ ਜਾਣਾ। ਜਿਹਨੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ, ਜਿਹਨੇ ਨਾਮ ਧਿਆਇਆ, ਜਿਹਨੇ ਨਿਯਮ ਨੂੰ ਧਿਆਨ ਵਿੱਚ ਰੱਖ ਕੇ ਕਰਮ ਕੀਤਾ, ਗਏ ਮਸ਼ੱਕਤ ਕਾਲ, ਉਹ ਘਾਲਣਾ ਸਫਲ ਕਰਕੇ ਗਏ। ਘਾਲਣਾ ਤੇ ਘਾਲੀ ਜ਼ਿਮੀਦਾਰ ਨੇ। ਕਿਸਾਨ ਨੇ ਬੀਜ ਤੇ ਪਾਇਆ, ਪਰ ਉਹਨੇ ਨਿਯਮ ਧਿਆਨ 'ਚ ਨਹੀਂ ਰੱਖਿਆ। ਉਹਨੇ ਕੱਲਰ ਵਾਲੀ ਜ਼ਮੀਨ ਦੇ ਉੱਪਰ ਬੀਜ ਪਾ ਦਿੱਤਾ, ਉਹ ਉਗਿਆ ਨਹੀਂ। ਜੇ ਨਿਯਮ ਨੂੰ ਧਿਆਨ 'ਚ ਰੱਖਿਆ ਹੁੰਦਾ ਕਿ ਮੈਂ ਉਪਜਾਊ ਜ਼ਮੀਨ ਵਿੱਚ ਬੀਜ ਪਾਵਾਂ, ਫਿਰ ਤੇ ਜ਼ਰੂਰ ਫਸਲ ਹੋਣੀ ਸੀ। ਨਿਯਮ ਨੂੰ ਧਿਆਨ 'ਚ ਰੱਖਣਾ ਪਏਗਾ ਤਾਂ ਹੀ ਮੰਜ਼ਿਲ ਮਿਲੇਗੀ, ਨਹੀਂ ਤੇ ਘਾਲਣਾ ਫੇਲ ਹੋ ਜਾਏਗੀ। ਘਾਲਣਾ ਮੁਸ਼ੱਕਤ ਉਦੋਂ ਸਫਲ ਘਾਲੀ ਜਾਏਗੀ, ਉਦੋਂ ਸਫਲ ਹੋਏਗੀ ਜਦੋਂ ਨਿਯਮ ਨੂੰ ਧਿਆਨ ਵਿੱਚ ਰੱਖ ਕੇ ਘਾਲਣਾ ਖਾਲੀ ਜਾਏਗੀ। ਮੈਂ ਲੁਧਿਆਣੇ ਤੋਂ ਜਲੰਧਰ ਜਾਣਾ ਹੈ, ਗੱਡੀ 'ਚ ਤੇਲ ਵੀ ਫੁੱਲ ਕਰ ਲਿਆ, ਗੱਡੀ ਵੀ ਬੜੀ ਵਧੀਆ ਹੈ, ਔਰ 1 ਘੰਟੇ ਦਾ ਰਸਤਾ ਹੈ ਮੇਰਾ ਜਲੰਧਰ ਦਾ, ਪਰ 4 ਘੰਟੇ ਗੱਡੀ ਚਲਾਈ ਜਾਂਦਾ ਵਾਂ। ਜਲੰਧਰ ਪਹੁੰਚਿਆ ਨਹੀਂ, ਕਾਰਨ ਮੈਂ ਨਿਯਮ ਨੂੰ ਧਿਆਨ 'ਚ ਨਹੀਂ ਰੱਖਿਆ। ਮੁੜਨਾ ਸੀ ਲੁਧਿਆਣੇ ਤੋਂ ਖੱਬੇ ਪਾਸੇ ਨੂੰ ਤਾਂ ਕਿ ਜਲੰਧਰ ਜਾਵਾਂ, ਮੈਂ ਮੁੜ ਗਿਆ ਸੱਜੇ ਪਾਸੇ ਨੂੰ। ਨਿਯਮ ਤੋੜ ਦਿੱਤਾ, ਡਾਇਰੈਕਸ਼ਨ ਗਲਤ ਹੋ ਗਈ, ਦਿਸ਼ਾ ਗਲਤ ਹੋ ਗਈ, ਮੈਂ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਮੇਰੀ ਘਾਲਣਾ ਵੇਸਟ ਜਾਏਗੀ, ਮੇਰਾ ਤੇਲ ਖਰਾਬ ਜਾਏਗਾ, ਮੇਰਾ ਸਮਾਂ ਵਿਅਰਥ ਹੋ ਜਾਏਗਾ। ਜਦੋਂ ਮੈਂ ਨਿਯਮ ਨੂੰ ਧਿਆਨ ਵਿੱਚ ਰੱਖ ਕੇ ਡਰਾਈਵਿੰਗ ਕਰਾਂਗਾ ਕਿ ਨਿਯਮ ਇਹ ਕਹਿੰਦਾ ਹੈ ਜਿਹਨੇ ਜਲੰਧਰ ਜਾਣਾ ਹੈ ਉਹਨੂੰ ਜਲੰਧਰ ਵਾਲੀ ਸੜਕ ਫੜਨੀ ਪਏਗੀ, ਉਸ ਦਿਸ਼ਾ 'ਚ ਜਾਣਾ ਪਏਗਾ, ਤਾਂ ਉਹਦੀ ਘਾਲਣਾ, ਉਹਦੀ ਡਰਾਈਵਿੰਗ ਸਫਲ ਹੋਏਗੀ। ਧਰਮ ਦੀ ਦੁਨੀਆ ਵਿੱਚ ਵੀ ਜਿਨੀ ਨਾਮ ਤੇ ਆਇਆ, ਜਿਨ੍ਹਾਂ ਨੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ, ਰੱਬੀ ਨਿਯਮਾਂ ਨੂੰ ਆਪਣੀ ਜ਼ਿੰਦਗੀ 'ਚ ਫੋਲੋ ਕੀਤਾ, ਗਏ ਮਸ਼ੱਕਤ ਕਾਲ, ਘਾਲਣਾ ਉਹਨਾਂ ਦੀ ਸਫਲ ਹੋਈ। ਨਹੀਂ ਤੇ ਧਰਮ ਦੀ ਘਾਲਣਾ ਕਰਨ ਵਾਲੇ ਤੇ ਹੋਰ ਬੜੇ ਨੇ। ਕੋਈ ਤੀਰਥਾਂ ਤੇ ਨਾ ਰਿਹਾ, ਕੋਈ ਵਰਤ ਰੱਖ ਰਿਹਾ, ਕੋਈ ਕਰਮ ਕਾਂਡ ਕਰ ਰਿਹਾ, ਕੋਈ ਅੱਖਾਂ ਮੀਟ ਕੇ ਸਮਾਧੀਆਂ ਲਾ ਕੇ ਬੈਠਾ ਹੋਇਆ, ਕੋਈ ਸਰੀਰ ਨੂੰ ਕਸ਼ਟ ਦੇ ਰਿਹਾ। ਘਾਲਣਾ ਤੇ ਹੋਰ ਵੀ ਬਹੁਤ ਘਾਲ ਰਹੇ ਨੇ, ਪਰ ਸੱਚਿਆਰ ਨਹੀਂ ਬਣ ਰਹੇ। ਉਹਨਾਂ ਦੇ ਅੰਦਰ ਸੱਚ, ਪ੍ਰੇਮ, ਦਇਆ, ਧੀਰਜ ਆ ਨਹੀਂ ਰਿਹਾ, ਉਹਨਾਂ 'ਚ ਰੱਬ ਪ੍ਰਗਟ ਨਹੀਂ ਹੋ ਰਿਹਾ। ਘਾਲਣਾ ਕਾਲ ਰਹੇ ਨੇ, ਪਰ ਨਾਮ 'ਚ ਧਿਆਨ ਨਹੀਂ ਹੈ, ਨਿਯਮਾਂ ਨੂੰ ਧਿਆਨ 'ਚ ਨਹੀਂ ਰੱਖਿਆ। ਜੇ ਨਿਯਮਾਂ ਨੂੰ ਧਿਆਨ 'ਚ ਰੱਖਿਆ ਹੁੰਦਾ, ਰੱਬੀ ਗੁਣਾਂ ਨੂੰ ਜੀਵਨ 'ਚ ਧਾਰਿਆ ਹੁੰਦਾ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਮਾਣਤਾ, ਨਿਸ਼ਕਾਮਤਾ, ਨੇਕ ਨੀਤੀ, ਸੱਚਾਈ, ਇਮਾਨਦਾਰੀ, ਇਹਨਾਂ ਗੁਣਾਂ ਨੂੰ ਜੀਵਨ 'ਚ ਧਾਰਿਆ ਹੁੰਦਾ, ਉਹਨਾਂ ਦੀ ਘਾਲਣਾ ਸਫਲ ਹੋ ਜਾਣੀ ਸੀ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਉਹ ਆਪਣੀ ਘਾਲਣਾ ਸਫਲ ਕਰਕੇ ਗਏ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਨਕ ਸੰਬੋਧਨ, ਹੈ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਨੇ, ਉਹ ਸਤਕਾਰ ਵਾਲੇ ਨੇ, ਉਹ ਮਾਣ ਪਾਉਂਦੇ ਨੇ। ਐਸੇ ਭਗਤ ਰੱਬੀ ਪਿਆਰੇ ਦੁਨੀਆ ਤੇ ਇੱਜ਼ਤ ਖੱਟਦੇ ਹਨ
ਕੀਤੀ ਛੁਟੀ ਨਾਲ ਕਿੰਨੀ ਲੁਕਾਈ ਉਹਨਾਂ ਨਾਲ ਛੁੱਟ ਜਾਂਦੀ ਹੈ। ਭਗਤ ਕਬੀਰ ਜੀ ਸਨਮਾਨ ਵਾਲੇ ਨੇ, ਉਜਲੇ ਮੁਖ ਵਾਲੇ ਨੇ। ਉਹਨਾਂ ਕੋਲ ਕੋਈ ਕੱਪੜਾ ਬਣਵਾਉਣ ਆਉਂਦਾ ਹੈ, ਉਹ ਅਗਲੇ ਦਾ ਮਨ ਵੀ ਬਣਾ ਦਿੰਦੇ ਨੇ। ਭਗਤ ਨਾਮਦੇਵ ਸਤਿਕਾਰ ਵਾਲੇ, ਉਜਲੇ ਮੁਖ ਵਾਲੇ ਨੇ। ਉਹਨਾਂ ਕੋਲ ਕੋਈ ਕੱਪੜਾ ਰੰਗਾਉਣ ਆਉਂਦਾ ਹੈ, ਗੁਣਾਂ ਦੇ ਨਾਲ ਉਹਦੇ ਜੀਵਨ ਨੂੰ ਰੰਗ ਦਿੰਦੇ ਨੇ। ਧਰਮੀ ਪੁਰਖਾਂ ਦੇ ਜੀਵਨ ਵਿੱਚ ਜਿਹੜਾ ਵੀ ਉਹਨਾਂ ਦੇ ਦਾਇਰੇ ਵਿੱਚ ਆ ਕੇ ਉਹਨਾਂ ਤੋਂ ਗੁਣ ਲੈ ਲੈਂਦਾ ਹੈ, ਉਹ ਵੀ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਹੇ ਨਾਨਕ, ਉਹ ਉਜਲੇ ਮੁਖ ਵਾਲੇ ਸਚਿਆਰ ਹੋ ਜਾਂਦੇ ਨੇ। ਉਹਨਾਂ ਦੇ ਨਾਲ ਜੁੜ ਕੇ ਕਿੰਨੀ ਲੁਕਾਈ ਨਾਲ ਛੁੱਟ ਜਾਂਦੀ ਹੈ। ਉਹਨਾਂ ਦੇ ਨਾਲ, ਉਹਨਾਂ ਦੇ ਗੁਣਾਂ ਨਾਲ ਸਾਂਝ ਪਾ ਕੇ ਕਿੰਨੀ ਲੁਕਾਈ ਵਿਕਾਰਾਂ ਤੋਂ ਮੁਕਤ ਹੋ ਜਾਂਦੀ ਹੈ। ਜਪਜੀ ਸਾਹਿਬ ਦੀ ਵਿਚਾਰ ਦੀ ਸੰਪੂਰਨਤਾ ਹੈ। ਇਹ ਜਪਜੀ ਸਾਹਿਬ ਦੇ ਗੁਣ ਇਹ ਸਾਡੇ ਜੀਵਨ ਵਿੱਚ ਆ ਜਾਣ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਆਪੋ ਆਪਣੀ ਹਰ ਇੱਕ ਦੀ ਬੁੱਧ ਹੈ। ਜਿੰਨੀ ਕੁ ਸਮਝ ਸੀ ਇਮਾਨਦਾਰੀ ਨਾਲ ਉਨੀ ਕੁ ਵਿਚਾਰ ਕਰਨ ਦੀ ਕੋਸ਼ਿਸ਼ ਕਰ ਸਕਿਆ ਹਾਂ। ਅੰਤ ਨਹੀਂ ਹੈ, ਸਿਰਫ ਕਿਣਕਾ ਮਾਤਰ ਵਿਚਾਰ ਕਰਨ ਦੀ ਕੋਸ਼ਿਸ਼ ਕਰ ਚੁੱਕਿਆ ਹਾਂ। ਪਰ ਜੇ ਇਹਦੇ ਵਿਚਲੇ ਗੁਣ ਸਾਨੂੰ ਸਮਝ ਆਉਂਦੇ ਨੇ ਤੇ ਅਸੀਂ ਜ਼ਰੂਰ ਧਾਰਨ ਕਰੀਏ। ਜਪਜੀ ਸਾਹਿਬ ਜਿਸ ਦਿਨ ਇਹ ਗੁਣ ਸਾਡੇ ਜੀਵਨ ਵਿੱਚ ਆ ਜਾਣਗੇ, ਜਪਜੀ ਦਾ ਇਹ ਗੁਣ ਘਰਾਂ ਵਿੱਚ ਆ ਜਾਏਗਾ, ਸਾਡਾ ਘਰ ਸੁਖੀ ਤੇ ਸ਼ਾਂਤ ਹੋ ਜਾਏਗਾ। ਜਿਸ ਦਿਨ ਜਪਜੀ ਸਾਹਿਬ ਦੇ, ਇਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਪੂਰੀ ਦੁਨੀਆ 'ਚ ਫੈਲ ਜਾਣਗੇ, ਪੂਰੀ ਦੁਨੀਆ ਹਰ ਕਾ ਬਾਗਰਾ ਖਿੜ ਜਾਏਗਾ, ਬੇਗਮਪੁਰਾ ਬਣ ਜਾਏਗਾ। ਸਾਰੇ ਸੰਸਾਰ ਵਿੱਚ ਸੁੱਖ, ਸ਼ਾਂਤੀ ਤੇ ਆਨੰਦ ਫੈਲ ਜਾਏਗਾ। ਇਸ ਪੂਰੀ ਵਿਚਾਰ ਦੇ ਦੌਰਾਨ ਮੇਰੇ ਪਾਸੋਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਔਗਣ ਨਾ ਚਿਤਾਰਨਾ, ਖਿਮਾ ਕਰਨਾ। ਇੰਨੀਆਂ ਹੀ ਬੇਨਤੀਆਂ ਪ੍ਰਵਾਨ, ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।